Hello guys, welcome again to my YouTube channel Speak English with Deepika. So I am here again with a new topic today, and the topic is different ways to say thank you, sorry and welcome. There are so many ways to say these words, but we use typical ways of say thank you, sorry and welcome. Today we are going to do some new words that will increase your vocab and as well as your knowledge too. ਟਿਪੀਕਲ ਵੇ ਇਜ਼ ਟੂ ਸੇ ਥੈਂਕਸ ਇਜ਼ ਥੈਂਕਸ ਜਾਂ ਫਿਰ ਥੈਂਕਸ ਅ ਲੋਟ, ਜੋ ਅਸੀਂ ਜ਼ਿਆਦਾਤਰ ਇਹੀ ਵਰਡ ਹੀ ਯੂਜ਼ ਕਰਦੇ ਹਾਂ। ਬਟ ਅਸੀਂ ਅੱਜ ਕੁਝ ਔਰ ਨਿਊ ਵਰਡ ਕਰਾਂਗੇ ਜੋ ਆਪਣੀ ਵੋਕੈਬ ਦੇ ਵਿੱਚ ਇੰਪਰੂਵਮੈਂਟ ਲੈ ਕੇ ਆਉਣਗੇ। ਓਕੇ, ਸੈਕਿੰਡ ਵੇ ਹੈ ਥੈਂਕਸ ਕਹਿਣ ਦਾ, ਅ ਮਿਲੀਅਨ ਥੈਂਕਸ ਟੂ ਯੂ ਜਾਂ ਫਿਰ ਥੈਂਕਸ ਅ ਮਿਲੀਅਨ। ਜਦੋਂ ਤੁਸੀਂ ਕਿਸੇ ਦਾ ਬਹੁਤ ਬਹੁਤ ਧੰਨਵਾਦ ਕਰਨਾ ਹੋਵੇ, ਤੁਸੀਂ ਕਹਿਣਾ ਹੋਵੇ ਤੁਹਾਡਾ ਲੱਖ ਲੱਖ ਧੰਨਵਾਦ, ਤਾਂ ਤੁਸੀਂ ਇਹ ਵਾਲੇ ਵਰਡਸ ਯੂਜ਼ ਕਰ ਸਕਦੇ ਹੋ। ਜਦੋਂ ਕਿਸੇ ਨੇ ਤੁਹਾਡੀ ਮਦਦ ਕੀਤੀ ਹੋਵੇ ਅਤੇ ਤੁਹਾਡੇ 'ਤੇ ਕੋਈ ਇਹੋ ਜਿਹਾ ਕੰਮ ਤੁਹਾਡੇ ਲਈ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜੋ ਤੁਹਾਨੂੰ ਲੱਗਦਾ ਹੈ ਕਿ ਇਹ ਮੇਰੇ ਸਿਰ ਉਧਾਰ ਚੜ੍ਹ ਗਿਆ ਹੈ, ਤਾਂ ਤੁਸੀਂ ਇਹ ਵਰਡ ਯੂਜ਼ ਕਰ ਸਕਦੇ ਹੋ, ਆਈ ਓ ਯੂ ਵਨ। ਮਤਲਬ ਕਿ ਇਹ ਮੇਰੇ 'ਤੇ ਉਧਾਰ ਆ, ਮੈਂ ਕਿਸੇ ਦਿਨ ਇਸ ਚੀਜ਼ ਦਾ ਕਰਜ਼ਾ ਜ਼ਰੂਰ ਉਤਾਰੂੰਗਾ। ਜਦੋਂ ਤੁਸੀਂ ਕਿਸੇ ਨੂੰ ਫਾਰਮਲ ਵੇ ਦੇ ਵਿੱਚ ਥੈਂਕਸ ਕਹਿਣਾ ਹੋਵੇ ਤਾਂ ਤੁਸੀਂ ਇਹ ਵਰਡਸ ਯੂਜ਼ ਕਰ ਸਕਦੇ ਹੋ। ਦੀਸ ਫਰੇਜ਼ਸ ਆਰ ਯੂਜ਼ਡ ਫॉर ਫਾਰਮਲ ਵੇ। ਆਈ ਐਪਰੀਸ਼ੀਏਟ ਇਟ। ਆਫਿਸਿਸ ਵਿੱਚ, ਸਕੂਲਸ ਦੇ ਵਿੱਚ ਜਦੋਂ ਵੀ ਤੁਸੀਂ ਕਿਸੇ ਨੂੰ ਥੈਂਕਸ ਕਹਿਣਾ ਹੋਵੇ, ਯੂ ਕੈਨ ਯੂਜ਼ ਦੀਸ ਫਰੇਜ਼ਸ। ਜਦੋਂ ਕਿਸੇ ਨੇ ਤੁਹਾਡਾ ਕੋਈ ਕੰਮ ਕੀਤਾ ਹੋਵੇ ਅਤੇ ਤੁਸੀਂ ਉਸਨੇ ਬਦਲੇ ਦੇ ਵਿੱਚ ਦਿਲੋਂ ਧੰਨਵਾਦ ਕਹਿਣਾ ਚਾਹੁੰਦੇ ਹੋਵੋ, ਤਾਂ ਤੁਸੀਂ ਉਸਨੂੰ ਕਹੋਗੇ ਪਲੀਜ਼ ਐਕਸੈਪਟ ਮਾਈ ਡੀਪੈਸਟ ਥੈਂਕਸ ਜਾਂ ਫਿਰ ਆਈ ਐਮ ਟੱਚਡ। ਮਤਲਬ ਕਿ ਤੁਸੀਂ ਉਹਦੇ ਕੰਮ ਦੇ ਬਦਲੇ 'ਚ ਤੁਸੀਂ ਬਹੁਤ ਹੀ ਦਿਲੋਂ ਉਸਨੂੰ ਧੰਨਵਾਦ ਕਰਨਾ ਚਾਹੁੰਦੇ ਹੋ। ਜਦੋਂ ਤੁਸੀਂ ਕਿਸੇ ਦੀ ਮਦਦ ਦੇ ਬਦਲੇ ਵਿੱਚ ਇੰਨੇ ਜ਼ਿਆਦਾ ਭਾਵੁਕ ਜਾਂ ਇਮੋਸ਼ਨਲ ਹੋ ਜਾਂਦੇ ਹੋ ਕਿ ਤੁਸੀਂ ਦਿਲੋਂ ਟੱਚ ਹੋ ਜਾਂਦੇ ਹੋ ਔਰ ਤੁਹਾਡੇ ਕੋਲ ਸ਼ਬਦ ਹੀ ਨਾ ਹੋਣ ਉਹਦਾ ਥੈਂਕ ਯੂ ਕਹਿਣ ਲਈ, ਤਾਂ ਤੁਸੀਂ ਇਹ ਫਰੇਜ਼ ਯੂਜ਼ ਕਰੋਗੇ, ਆਈ ਡੋਂਟ ਹੈਵ ਵਰਡਸ ਟੂ ਥੈਂਕ ਯੂ। So these are some phrases that we use to say thank you to someone. If you use these type of words, it may look very impressive ਔਰ ਬਹੁਤ ਹੀ ਵਧੀਆ ਲੱਗੇਗਾ ਅਗਰ ਤੁਸੀਂ ਨਿਊ ਔਰ ਐਡਵਾਂਸਡ ਇੰਗਲਿਸ਼ ਦੇ ਨਾਲ ਥੈਂਕ ਯੂ ਬੋਲੋਗੇ। ਜਦੋਂ ਤੁਸੀਂ ਕੋਈ ਗਲਤੀ ਕਰ ਦਿੰਦੇ ਹੋ ਜਾਂ ਕਿਸੇ ਦਾ ਦਿਲ ਦੁਖਾ ਦਿੰਦੇ ਹੋ, ਤਾਂ ਤੁਸੀਂ ਹਮੇਸ਼ਾ ਇੱਕੋ ਵਰਡ ਯੂਜ਼ ਕਰਦੇ ਹੋ, ਸੌਰੀ। ਪਰ ਇਹ ਹਮੇਸ਼ਾ ਸੌਰੀ ਵਰਡ ਜੋ ਹੁੰਦਾ ਹੈ ਹਰ ਇੱਕ ਸਿਚੁਏਸ਼ਨ ਦੇ ਲਈ ਸੂਟੇਬਲ ਨਹੀਂ ਹੁੰਦਾ। ਕਈ ਵਾਰੀ ਇਹ ਹੁੰਦਾ ਹੈ ਕਿ ਅਸੀਂ ਕਿਸੇ ਨੂੰ ਜ਼ਿਆਦਾ ਤਕਲੀਫ ਪਹੁੰਚਾ ਦਿੰਦੇ ਹਾਂ ਔਰ ਸਾਹਮਣੇ ਵਾਲੇ ਨੂੰ ਸਿਰਫ ਸੌਰੀ ਕਹਿ ਕੇ ਗੱਲ ਖਤਮ ਨਹੀਂ ਕੀਤੀ ਜਾ ਸਕਦੀ। ਇਸ ਲਈ ਹਰ ਡਿਫਰੈਂਟ ਸਿਚੁਏਸ਼ਨ ਦੇ ਲਈ ਅਗਰ ਤੁਸੀਂ ਸਮਾਰਟ ਵੇ ਦੇ ਨਾਲ ਸੌਰੀ ਮੰਗੋਗੇ, ਤਾਂ ਸਾਹਮਣੇ ਵਾਲੇ ਨੂੰ ਵੀ ਫੀਲ ਹੋਏਗਾ ਕਿ ਤੁਸੀਂ ਵਾਕਈ ਹੀ ਆਪਣੀ ਗਲਤੀ ਲਈ ਸ਼ਰਮਿੰਦਾ ਹੋ ਔਰ ਉਸ ਤੋਂ ਮਾਫੀ ਮੰਗ ਰਹੇ ਹੋ। ਸੋ ਹੇਅਰ ਆਰ ਸਮ ਨਿਊ ਵਰਡਸ ਟੂ ਸੇ ਸੌਰੀ ਇਨ ਡਿਫਰੈਂਟ ਸਿਚੁਏਸ਼ਨਸ। ਜਦੋਂ ਤੁਸੀਂ ਕਿਸੇ ਤੋਂ ਮਾਫੀ ਮੰਗਣੀ ਹੋਵੇ ਤਾਂ ਸਿੰਪਲੈਸਟ ਵੇ ਸੌਰੀ ਤੋਂ ਬਾਅਦ ਅਗਰ ਕੋਈ ਹੋਰ ਤਰੀਕਾ ਹੈ ਕਹਿਣ ਦਾ, ਤਾਂ ਉਹ ਹੈ ਆਈ ਬੈਗ ਯੂਅਰ ਪਾਰਡਨ। ਮਤਲਬ ਮੈਂ ਤੁਹਾਡੇ ਤੋਂ ਆਪਣੀ ਗਲਤੀ ਦੀ ਮਾਫੀ ਮੰਗਦਾ ਹਾਂ। ਦਿਸ ਇਜ਼ ਦਾ ਸੈਕਿੰਡ ਸਿੰਪਲੈਸਟ ਵੇ ਟੂ ਸੇ ਸੌਰੀ। ਜਦੋਂ ਤੁਸੀਂ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ ਔਰ ਤੁਸੀਂ ਸਾਹਮਣੇ ਵਾਲੇ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਹੋਵੇ, ਤਾਂ ਉਸ ਸਮੇਂ ਤੁਸੀਂ ਇਹ ਫਰੇਜ਼ ਯੂਜ਼ ਕਰ ਸਕਦੇ ਹੋ, ਆਈ ਐਮ ਟੈਰੀਬਲੀ ਸੌਰੀ, ਕਿ ਮੈਨੂੰ ਮਾफ़ ਕਰ ਦਿਓ, ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ। ਯੂ ਕੈਨ ਯੂਜ਼ ਦਿਸ ਫਰੇਜ਼ ਔਨ ਦੈਟ ਸਿਚੁਏਸ਼ਨ। ਅਗਰ ਤੁਸੀਂ ਕੋਈ ਇਹੋ ਜਿਹਾ ਕੰਮ ਕੀਤਾ ਹੋਵੇ ਜਿਹਦੇ ਕਰਕੇ ਤੁਹਾਡੇ ਅੰਦਰ ਤੁਹਾਡੇ ਮਨ ਨੂੰ ਬਹੁਤ ਖਰਾਬ ਲੱਗ ਰਿਹਾ ਹੋਵੇ, ਤੁਹਾਨੂੰ ਗਿਲਟ ਫੀਲ ਹੋ ਰਿਹਾ ਹੋਵੇ, ਤਾਂ ਉਸ ਸਮੇਂ ਤੁਸੀਂ ਕਹਿ ਸਕਦੇ ਹੋ ਆਈ ਐਮ ਆਫੁਲੀ ਸੌਰੀ। ਇਸ ਦਾ ਮਤਲਬ ਹੈ ਕਿ ਮੈਨੂੰ ਬਹੁਤ ਜ਼ਿਆਦਾ ਖਰਾਬ ਲੱਗ ਰਿਹਾ ਹੈ ਕਿ ਮੇਰੇ ਤੋਂ ਇਹ ਗਲਤੀ ਹੋਈ ਹੈ, ਸੋ ਕਿਰਪਾ ਮੈਨੂੰ ਮਾफ़ ਕਰ ਦਿਓ। ਅਗਰ ਸਾਹਮਣੇ ਵਾਲਾ ਤੁਹਾਡੀ ਗੱਲ ਦਾ ਗਲਤ ਮਤਲਬ ਨਿਕਾਲ ਰਿਹਾ ਹੋਵੇ, ਮਤਲਬ ਤੁਸੀਂ ਉਹਨੂੰ ਕੁਝ ਹੋਰ ਸਮਝਾਉਣਾ ਚਾਹ ਰਹੇ ਹੁੰਦੇ ਹੋ ਔਰ ਉਹ ਕੁਝ ਹੋਰ ਸਮਝ ਰਿਹਾ ਹੁੰਦਾ ਹੈ, ਤਾਂ ਉਸ ਸਮੇਂ ਮਿਸਅੰਡਰਸਟੈਂਡਿੰਗ ਪੈਦਾ ਹੋ ਜਾਂਦੀ ਹੈ। ਤਾਂ ਉਸ ਸਮੇਂ ਆਪਣੀ ਗੱਲ ਨੂੰ ਕਲੀਅਰ ਕਰਨ ਲਈ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਆਈ ਡਿਡਨਟ ਮੀਨ ਦੈਟ, ਟਰਾਈ ਟੂ ਅੰਡਰਸਟੈਂਡ ਮੀ, ਆਈ ਡਿਡਨਟ ਮੀਨ ਦੈਟ। ਜਦੋਂ ਤੁਸੀਂ ਆਪਣੇ ਫਰੈਂਡਸ ਨਾਲ ਗੱਲ ਕਰ ਰਹੇ ਹੁੰਦੇ ਹੋ ਔਰ ਤੁਹਾਡੇ ਤੋਂ ਕੁਝ ਗਲਤ ਬੋਲਿਆ ਜਾਂਦਾ ਹੈ, ਤਾਂ ਤੁਸੀਂ ਉਹਨਾਂ ਨੂੰ ਬਹੁਤ ਹੀ ਇਨਫੋਰਮਲ ਵੇ ਦੇ ਵਿੱਚ ਸੌਰੀ ਬੋਲਣਾ ਚਾਹੁੰਦੇ ਹੋ, ਤਾਂ ਤੁਸੀਂ ਇਹ ਫਰੇਜ਼ ਯੂਜ਼ ਕਰ ਸਕਦੇ ਹੋ, ਇਟਸ ਮਾਈ ਮਿਸਟੇਕ, ਇਟਸ ਮਾਈ ਫਾਲਟ ਔਰ ਇਟਸ ਮਾਈ ਬੈਡ। ਇਹ ਤਿੰਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਈਜ਼ੀ ਲੱਗੇ ਤੁਸੀਂ ਉਹ ਫਰੇਜ਼ ਵਿਦ ਯੋਰ ਫਰੈਂਡਸ ਯੂਜ਼ ਕਰ ਸਕਦੇ ਹੋ। ਅਗਰ ਤੁਸੀਂ ਕੋਈ ਗਲਤੀ ਕੀਤੀ ਹੋਵੇ ਔਰ ਤੁਹਾਨੂੰ ਉਸ ਚੀਜ਼ ਦਾ ਬਹੁਤ ਹੀ ਪਛਤਾਵਾ ਹੋਵੇ ਔਰ ਸਾਹਮਣੇ ਵਾਲੇ ਨੂੰ ਤੁਸੀਂ ਇਹ ਜਤਾਉਣਾ ਚਾਹੁੰਦੇ ਹੋ ਕਿ ਹਾਂ ਮੈਨੂੰ ਮੇਰੀ ਗਲਤੀ ਦਾ ਪਛਤਾਵਾ ਹੈ, ਤਾਂ ਤੁਸੀਂ ਇਹ ਫਰੇਜ਼ ਯੂਜ਼ ਕਰ ਸਕਦੇ ਹੋ, ਆਈ ਰਿਗਰੈਟ। Instead of saying sorry, you can use this phrase,
It will be more impressive and touch the heart of someone if you use। ਜਦੋਂ ਤੁਸੀਂ ਕਿਸੇ ਦੀ ਮਦਦ ਕਰਦੇ ਹੋ ਤਾਂ ਉਹ ਤੁਹਾਨੂੰ ਉਹਦੇ ਬਦਲੇ ਦੇ ਵਿੱਚ ਥੈਂਕਸ ਬੋਲਦਾ ਹੈ ਔਰ ਫਿਰ ਤੁਸੀਂ ਉਹਦੇ ਆਨਸਰ ਦੇ ਵਿੱਚ ਉਸ ਨੂੰ ਵੈਲਕਮ ਬੋਲਦੇ ਆ। ਹੁਣ ਅਸੀਂ ਕੁਝ ਅਜਿਹੇ ਵਰਡਸ ਕਰਾਂਗੇ ਜੋ ਤੁਸੀਂ ਵੈਲਕਮ ਦੀ ਜਗ੍ਹਾ 'ਤੇ ਯੂਜ਼ ਕਰੋਗੇ। ਨੋ ਪ੍ਰੋਬਲਮ ਵਰਡ ਅਸੀਂ ਉਸ ਸਮੇਂ ਯੂਜ਼ ਕਰਾਂਗੇ ਜਦੋਂ ਤੁਸੀਂ ਕਿਸੇ ਦੀ ਬਹੁਤ ਛੋਟੀ ਜਿਹੀ ਮਦਦ ਕੀਤੀ ਹੋਵੇ, ਜਿਵੇਂ ਪਾਣੀ ਦਾ ਗਲਾਸ ਦਿੱਤਾ ਹੋਵੇ ਜਾਂ ਕਿਸੇ ਦੀ ਕੋਈ ਡਿੱਗੀ ਹੋਈ ਪੈਨਸਿਲ ਜਾਂ ਪੈਨ ਪਕੜਾਈ ਹੋਵੇ ਔਰ ਉਸ ਦੇ ਬਦਲੇ ਵਿੱਚ ਉਹ ਤੁਹਾਨੂੰ ਥੈਂਕ ਯੂ ਕਹਿ ਰਿਹਾ ਤਾਂ ਤੁਸੀਂ ਕਹੋਗੇ ਕਿ ਇਹ ਤਾਂ ਕੋਈ ਏਡੀ ਵੱਡੀ ਗੱਲ ਨਹੀਂ ਸੀ, ਨੋ ਪ੍ਰੋਬਲਮ। ਮਾਈ ਪਲੈਜ਼ਰ ਫਰੇਜ਼ ਤੁਸੀਂ ਉਸ ਸਮੇਂ ਯੂਜ਼ ਕਰੋਗੇ ਜਦੋਂ ਤੁਸੀਂ ਸਾਹਮਣੇ ਵਾਲੇ ਨੂੰ ਇਹ ਜਤਾਉਣਾ ਹੋਵੇ ਕਿ ਤਾਂ ਇਹ ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਸੀਂ ਉਹਦੀ ਮਦਦ ਕੀਤੀ ਜਾਂ ਤੁਸੀਂ ਉਸ ਦੇ ਕੰਮ ਆਏ ਔਰ ਤੁਸੀਂ ਉਸ ਨੂੰ ਕਹਿਣਾ ਚਾਹੁੰਦੇ ਹੋ ਕਿ ਮੈਂ ਅੱਗੇ ਤੋਂ ਵੀ ਤੁਹਾਡੀ ਮਦਦ ਲਈ ਹਮੇਸ਼ਾ ਤਿਆਰ ਰਹਾਂਗਾ। ਸੋ ਯੂ ਵਿਲ ਯੂਜ਼ ਦ ਫਰੇਜ਼ ਮਾਈ ਪਲੈਜ਼ਰ। ਜਦੋਂ ਤੁਸੀਂ ਕਿਸੇ ਦੀ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦੇ ਹੋ ਔਰ ਤੁਸੀਂ ਚਾਹੁੰਦੇ ਹੋ ਕਿ ਅੱਗੇ ਤੋਂ ਵੀ ਤੁਸੀਂ ਉਹਦੀ ਮਦਦ ਕਰਦੇ ਰਹੋ ਤਾਂ ਤੁਸੀਂ ਉਹ ਫਰੇਜ਼ ਯੂਜ਼ ਕਰੋਗੇ, ਆਈ ਐਮ ਹੈਪੀ ਟੂ ਹੈਲਪ ਐਂਡ ਐਨੀ ਟਾਈਮ। ਮਤਲਬ ਕਿ ਮੈਂ ਤੁਹਾਡੀ ਮਦਦ ਕਰਕੇ ਖੁਸ਼ ਹਾਂ ਔਰ ਅੱਗੇ ਤੋਂ ਵੀ ਤੁਹਾਡੀ ਮਦਦ ਕਰਦਾ ਰਹਾਂਗਾ। You can use any of these phrases. These are very common phrases ਜੋ ਅਸੀਂ ਸ਼ੁਰੂ ਤੋਂ ਹੀ ਸੁਣਦੇ ਆ ਰਹੇ ਹਾਂ। ਜਦੋਂ ਤੁਸੀਂ ਇਹ ਸਾਹਮਣੇ ਵਾਲੇ ਨੂੰ ਜਤਾਉਣਾ ਹੋਵੇ ਜਾਂ ਉਹਨਾਂ ਨੂੰ ਇਹ ਸ਼ੋਅ ਕਰਨਾ ਹੋਵੇ ਕਿ ਤੁਹਾਨੂੰ ਥੈਂਕਸ ਕਹਿਣ ਦੀ ਲੋੜ ਨਹੀਂ ਹੈ, ਇਹ ਤਾਂ ਬਹੁਤ ਛੋਟਾ ਜਿਹਾ ਕੰਮ ਜਾਂ ਹੈਲਪ ਸੀ ਜੋ ਮੈਂ ਤੁਹਾਡੀ ਕੀਤੀ ਹੈ, ਉਸ ਸਮੇਂ ਤੁਸੀਂ ਯੂਜ਼ ਕਰਦੇ ਹੋ ਡੋਂਟ ਮੈਂਸ਼ਨ ਇਟ ਔਰ ਮੈਂਸ਼ਨ ਨਾਟ। So these are some new phrases that you can use instead of say thank you, sorry and welcome. You have to use these words in your daily routine and must remember these phrases and never forget to use this. So thank you for watching this video. Thanks a million.